ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਬਰਾਂ ਦੇ ਇਸ ਬੁਲੇਟਿਨ ਵਿੱਚ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਵੈਨਕੂਵਰ ਵਿੱਚ ਹਸਪਤਾਲ ਨੂੰ ਸਮਾਨ ਸਪਲਾਈ ਕਰਨ ਵਾਲੀ ਵੈਨ ਹੋਈ ਚੋਰੀ। ਵੈਨਕੂਵਰ ਤੋਂ ਬਾਅਦ ਹੁਣ ਨਿਊ ਵੈਸਟਮਿੰਸਟਰ ਤੋਂ ਇੱਕ ਵੀਡੀਓ ਆਈ ਸਾਹਮਣੇ। ਪਬਲਿਕ ਥਾਂ ਦੇ ਉੱਤੇ ਥੁੱਕ ਰਿਹਾ ਸੀ ਵਿਅਕਤੀ। ਤਾਂ ਦਿਖਾਵਾਂਗੇ ਕਿ ਆਖਿਰ ਹੋਰ ਕੀ ਕਰ ਰਿਹਾ ਸੀ ਹਰਕਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਕੈਦੀ ਦੀ ਮੌਤ ਤੋਂ ਬਾਅਦ ਹੁਣ ਮਿਸ਼ਨ ਜੇਲ੍ਹ ਵਿੱਚੋਂ ਵੱਧ ਤੋਂ ਵੱਧ ਕੈਦੀਆਂ ਨੂੰ ਛੱਡ ਦੇਣ ਦੀ ਉੱਠ ਰਹੀ ਹੈ ਮੰਗ। ਗਰੋਸਰੀ ਸਟੋਰਸ ਦੇ ਵਿੱਚ ਕਾਮਿਆਂ ਦੀ ਸੁਰੱਖਿਆ ਵਾਸਤੇ ਕਈ ਯੂਨੀਅਨਸ ਆਈਆਂ ਸਾਹਮਣੇ। ਦੱਸਾਂਗੇ ਕੀ ਕਰ ਰਹੀਆਂ ਨੇ ਮੰਗਾਂ। ਵੈਨਕੂਵਰ ਤੋਂ ਸਾਇੰਸ ਵਰਲਡ ਦੇ ਵੱਲੋਂ ਵੀ ਦਿੱਤੀ ਗਈ ਚੇਤਾਵਨੀ, ਨਹੀਂ ਮਿਲਿਆ ਫੰਡ ਤਾਂ ਹਮੇਸ਼ਾ ਲਈ ਬੰਦ ਹੋ ਜਾਵੇਗਾ ਸਾਇੰਸ ਵਰਲਡ। ਕੈਨੇਡਾ ਸਰਕਾਰ ਦੇ ਵੱਲੋਂ ਕੀਤਾ ਗਿਆ ਐਲਾਨ, ਹਵਾਈ ਸਫ਼ਰ ਕਰਨ ਜਾ ਰਹੇ ਹੋ ਤਾਂ ਮੂੰਹ ਢੱਕਣਾ ਲਾਜ਼ਮੀ। ਤੁਹਾਨੂੰ ਦੱਸਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕੀਤਾ ਵੱਡਾ ਐਲਾਨ, ਨਾਲ ਹੀ ਉਸ ਐਲਾਨ ਦੇ ਨਾਲ ਹਜ਼ਾਰਾਂ ਨੌਕਰੀਆਂ ਕਿਵੇਂ ਹੋਣਗੀਆਂ ਪੈਦਾ। ਸਕੁਐਮਿਸ਼ ਵੈਲੀ ਫਾਇਰ ਵਿੱਚ ਕਾਫੀ ਨੁਕਸਾਨ, ਕਈ ਘਰ ਜਲੇ ਤੇ ਨਾਲ ਹੀ ਕਈਆਂ ਨੂੰ ਕਰਨੇ ਪਏ ਆਪਣੇ ਘਰ ਖਾਲੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੈਸ ਦੇ ਰੇਟ ਹੇਠਾਂ ਆਉਣ ਦੇ ਟੁੱਟੇ ਰਿਕਾਰਡ। ਇਸ ਨਾਲ ਹੀ ਸ਼ੁਰੂਆਤ ਕਰਦੇ ਹਾਂ ਉਸ ਖਬਰ ਤੋਂ ਜਿਸ ਨੇ ਸਭ ਨੂੰ ਕਾਫੀ ਹੈਰਾਨ ਕਰ ਦਿੱਤਾ, ਕਿਉਂਕਿ ਇੱਕ ਪਾਸੇ ਜਿੱਥੇ ਦੇਸ਼ ਭਰ ਦੇ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੇ ਵਿੱਚ ਜੋ ਸਿਹਤ ਕਾਮੇ ਨੇ ਤੇ ਸਿਹਤ ਕਾਮਿਆਂ ਦੀਆਂ ਸਹੂਲਤਾਂ ਨੇ, ਉਹਨਾਂ ਨੂੰ ਜਿਉਂਦਾ ਤਿਉਂ ਰੱਖਣ ਵਾਸਤੇ ਲੋਕਾਂ ਵੱਲੋਂ ਅੱਗੇ ਤੋਂ ਅੱਗੇ ਆ ਕੇ ਮਦਦ ਕੀਤੀ ਜਾ ਰਹੀ ਹੈ, ਸਰਕਾਰਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਤਾਂ ਉੱਥੇ ਹੀ ਵੈਨਕੂਵਰ ਦੇ ਹਸਪਤਾਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹਸਪਤਾਲ ਨੂੰ ਸਪਲਾਈ ਪਹੁੰਚਾਉਣ ਵਾਲੀ ਵੈਨ ਹੀ ਚੋਰੀ ਕਰ ਲਈ ਗਈ। ਵੈਨਕੂਵਰ ਪੁਲਿਸ ਨੇ ਸੈਂਟ ਪੌਲ ਹਸਪਤਾਲ ਤੋਂ ਸਪਲਾਈ ਵੈਨ ਚੋਰੀ ਹੋਣ ਦੇ ਬਾਰੇ ਜਾਣਕਾਰੀ ਵੀ ਦਿੱਤੀ ਹੈ ਤੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜੋ ਗ੍ਰਿਫਤਾਰ ਸ਼ੱਕੀ ਵਿਅਕਤੀ ਕੀਤਾ ਗਿਆ ਹੈ ਉਸ ਦੀ ਉਮਰ 26 ਸਾਲ ਹੈ ਤੇ ਉਹ ਬਰਨਬੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਸੀ ਕਿ ਸਵੇਰੇ 1 ਵਜੇ ਦੇ ਕਰੀਬ ਸ਼ੁੱਕਰਵਾਰ ਨੂੰ ਉਹਨਾਂ ਨੂੰ ਖਬਰ ਮਿਲੀ ਕਿ ਵੈਨ ਚੋਰੀ ਹੋਈ ਹੈ ਤੇ ਵੈਨ ਦੀਆਂ ਚਾਬੀਆਂ ਉਸ ਦੇ ਵਿੱਚ ਹੀ ਮੌਜੂਦ ਸਨ, ਜੋ ਕਿ ਹਸਪੀਟਲ ਦੇ ਅੰਡਰਗਰਾਊਂਡ ਪਾਰਕਿੰਗ ਲੋਟ ਵਿੱਚ ਪਾਰਕ ਕੀਤੀ ਹੋਈ ਸੀ। ਵੈਨ ਚੋਰੀ ਹੋਣ ਦੀ ਖਬਰ ਮਿਲਦੇ ਸਾਰ ਪੁਲਿਸ ਦੇ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਵੈਨ ਦੀ, ਤੇ ਵੈਨ 'ਚ ਟਰੈਕਿੰਗ ਡਿਵਾਈਸ ਲੱਗੀ ਹੋਈ ਸੀ ਜਿਸ ਦੇ ਕਰਕੇ ਪਤਾ ਲੱਗਦਾ ਰਿਹਾ ਕਿ ਵੈਨ ਕਿੱਥੇ ਜਾ ਰਹੀ ਹੈ, ਜਿਸ ਤੋਂ ਬਾਅਦ ਵੈਨ ਨੂੰ ਜ਼ਬਤ ਕਰ ਲਿਆ ਗਿਆ ਤੇ ਨਾਲ ਹੀ ਜੋ ਵਿਅਕਤੀ ਸੀ, ਇੱਕ 26 ਸਾਲ ਦਾ ਬਰਨਬੀ ਦਾ ਰਹਿਣ ਵਾਲਾ ਸ਼ੱਕੀ ਵਿਅਕਤੀ, ਉਸ ਨੂੰ ਮੰਨਿਆ ਗਿਆ ਹੈ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਅਜਿਹਾ ਜੋ ਮਾਹੌਲ ਇਸ ਵਕਤ ਚੱਲ ਰਿਹਾ ਹੈ ਤੇ ਇਹੋ ਜਿਹੇ ਮਾਮਲੇ ਵੀ ਕਈ ਸਾਹਮਣੇ ਆ ਰਹੇ ਨੇ, ਤੇ ਜੇਕਰ ਕਿਸੇ ਨੂੰ ਵੀ ਆਪਣੇ ਆਲੇ ਦੁਆਲੇ ਕੋਈ ਸ਼ੱਕੀ ਘਟਨਾ ਵਾਪਰਦੀ ਜਾਂ ਫਿਰ ਕੋਈ ਸ਼ੱਕੀ ਵਿਅਕਤੀ ਵੀ ਦਿਖਾਈ ਦਿੰਦਾ ਤਾਂ ਤੁਰੰਤ 911 ਕਰਕੇ ਫੋਨ ਕੀਤਾ ਜਾਵੇ। ਤੇ ਸਭ ਤੋਂ ਅਹਿਮ ਗੱਲ ਇਹ ਦੱਸੀ ਗਈ ਹੈ ਕਿ ਉਸ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਜੋ ਕਿ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਪਹਿਲਾਂ ਇੱਕ ਵੈਨਕੂਵਰ ਤੋਂ ਵੀਡੀਓ ਸਾਹਮਣੇ ਆਈ ਸੀ, ਹੁਣ ਇਹੋ ਜਿਹੀ ਹੀ ਇੱਕ ਵੀਡੀਓ ਨਿਊ ਵੈਸਟਮਿੰਸਟਰ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਪਬਲਿਕ ਥਾਂ ਦੇ ਉੱਤੇ ਪਹਿਲਾਂ ਥੁੱਕਦਾ ਹੋਇਆ ਦਿਖਾਈ ਦਿੱਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਵਿਅਕਤੀ ਦੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ। ਨਿਊ ਵੈਸਟਮਿੰਸਟਰ ਦੀ ਇਸ ਵੀਡੀਓ ਦੇ ਹੋਣ ਦਾ ਦਾਅਵਾ ਕੀਤਾ ਗਿਆ ਜਿਸ ਨੇ ਇਹ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਵਿਅਕਤੀ ਜੋ ਪੈਦਲ ਜਾ ਰਹੇ ਯਾਤਰੀਆਂ ਦੇ ਵਾਸਤੇ ਬਣਾਈ ਗਈ ਰੇਲਿੰਗ ਹੈ, ਉਸ ਰੇਲਿੰਗ ਨੂੰ ਚੱਟ ਰਿਹਾ ਹੈ ਤੇ ਇਸ ਪੋਸਟ ਨੂੰ ਪਾਉਣ ਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਸ ਵਿਅਕਤੀ ਦੇ ਵੱਲੋਂ ਲੰਮੇ ਚਿਰ ਤੋਂ ਇਸ ਪਬਲਿਕ ਥਾਂ ਦੇ ਉੱਤੇ ਥੁੱਕਿਆ ਵੀ ਜਾ ਰਿਹਾ ਸੀ, ਕਿਉਂਕਿ ਅਜਿਹੇ ਸਮੇਂ 'ਚ ਜਦੋਂ ਕੋਵਿਡ-19 ਦੇ ਕਰਕੇ ਕਾਫੀ ਜ਼ਿਆਦਾ ਸ਼ੱਕੀ ਹਾਲਾਤ ਚੁਫੇਰੇ ਪੈਦਾ ਹੋਏ ਪਏ ਨੇ ਕਿ ਕੋਈ ਬਿਮਾਰ ਨਾ ਹੋਵੇ, ਕਿਸੇ ਦਾ ਨੁਕਸਾਨ ਨਾ ਹੋ ਜਾਵੇ, ਤਾਂ ਅਜਿਹੇ ਵਿੱਚ ਥੁੱਕਣਾ ਤੇ ਚੱਟਣਾ ਕਿਸੇ ਚੀਜ਼ ਨੂੰ ਜੋ ਪਬਲਿਕ ਥਾਂ ਦੇ ਉੱਤੇ ਹੈ ਬਹੁਤ ਜ਼ਿਆਦਾ ਗੰਭੀਰ ਜੁਰਮ ਹੈ ਜਿਸ ਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ। ਇਸ ਤੋਂ ਪਹਿਲਾਂ ਵੈਨਕੂਵਰ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ ਕਿ ਲਿਫਟ ਦੇ ਬਟਨਸ ਦੇ ਉੱਤੇ ਇੱਕ ਵਿਅਕਤੀ ਥੁੱਕਦਾ ਹੋਇਆ ਦਿਖਾਈ ਦਿੱਤਾ ਸੀ ਤੇ ਉਸ ਵਿਅਕਤੀ ਨੇ ਬਾਅਦ ਵਿੱਚ ਮਾਫੀ ਵੀ ਮੰਗ ਲਈ ਸੀ। ਪਰ ਹੁਣ ਇਸ ਦੌਰਾਨ ਇਹ ਜੋ ਵੀਡੀਓ ਸਾਹਮਣੇ ਆਈ ਹੈ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਹੈ ਉਹ ਦੇਖਣਾ ਹੋਵੇਗਾ। ਤੇ ਇਸ ਦੇ ਨਾਲ ਹੀ ਅਗਲੀ ਖਬਰ ਹੈ ਕਿ ਜੇਲ੍ਹਾਂ 'ਚ ਕੈਦੀਆਂ ਦਰਮਿਆਨ ਕਰੋਨਾ ਵਾਇਰਸ ਫੈਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਇਸ ਦੇ ਕਰਕੇ ਕਾਫੀ ਨੁਕਸਾਨ ਵੀ ਹੁਣ ਤੱਕ ਹੋ ਚੁੱਕਿਆ ਹੈ। ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਇਸ ਸੰਬੰਧੀ ਮੰਗਾਂ ਹੁਣ ਕੀ ਕੀਤੀਆਂ ਜਾ ਰਹੀਆਂ ਨੇ। ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣ ਵਾਲੇ ਸੰਗਠਨਾਂ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੀ ਛੇਤੀ ਹੋ ਸਕਦਾ ਤੇ ਜਿੰਨੇ ਜ਼ਿਆਦਾ ਕੈਦੀ ਹੋ ਸਕਦੇ ਨੇ ਜੇਲ੍ਹਾਂ ਦੇ ਵਿੱਚੋਂ ਬਾਹਰ ਛੱਡ ਦਿੱਤੇ ਜਾਣ, ਕਿਉਂਕਿ ਕੋਵਿਡ-19 ਕਰਕੇ ਉਹਨਾਂ ਦੀ ਜਾਨ ਨੂੰ ਖਤਰਾ ਬਣ ਗਿਆ ਹੈ। ਖਾਸ ਤੌਰ ਤੇ ਮਿਸ਼ਨ ਇੰਸਟੀਟਿਊਸ਼ਨ ਦੇ ਵਿੱਚੋਂ ਹੀ ਅਜਿਹੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਕੈਦੀ ਦੀ ਜਿਵੇਂ ਕੱਲ ਤੁਹਾਨੂੰ ਦੱਸਿਆ ਸੀ ਮੌਤ ਵੀ ਹੋਈ ਹੈ। ਇੱਥੋਂ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਫੈਡਰਲ ਸਰਕਾਰ ਦੇ ਅਧੀਨ ਆਉਂਦੀ ਜੇਲ੍ਹ ਹੈ ਤੇ ਇਸੇ ਦੌਰਾਨ
ਇੱਕ ਕੈਦੀ ਦੀ ਐਬਸਫੋਰਡ ਦੇ ਹਸਪਤਾਲ 'ਚ ਮੌਤ ਹੋਈ ਹੈ ਕੋਵਿਡ-19 ਕਰਕੇ ਤੇ ਕੋਵਿਡ-19 ਕਰਕੇ ਇੱਕੋ ਜੇਲ੍ਹ 'ਚੋਂ ਹੁਣ ਤੱਕ 55 ਕੈਦੀਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਕਰੋਨਾ ਵਾਇਰਸ ਫੈਲ ਸਕਦਾ ਹੈ ਕਿਉਂਕਿ ਸ਼ੁਰੂਆਤ ਕੁਝ ਕੇਸਾਂ ਤੋਂ ਹੋਈ ਸੀ, ਪਰ ਜੇਲ੍ਹ ਦੇ ਵਿੱਚ ਬਚਾਅ ਰੱਖਣ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਕੈਦੀ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 55 ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਹੈ ਤੇ ਇਹ ਸਿਰਫ ਬ੍ਰਿਟਿਸ਼ ਕੋਲੰਬੀਆ ਦਾ ਅੰਕੜਾ ਹੈ। ਤੇ ਉਧਰ ਜੇ ਕਿਊਬੈਕ ਦੀ ਗੱਲ ਕਰੀਏ ਤਾਂ ਵੱਖੋ-ਵੱਖਰੀਆਂ 3 ਫੈਡਰਲ ਜੇਲ੍ਹਾਂ ਵਿੱਚੋਂ 87 ਕੈਦੀਆਂ ਦੇ ਕਰੋਨਾ ਵਾਇਰਸ ਪੀੜਤ ਹੋਣ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਤੇ ਓਨਟਾਰੀਓ ਵਿੱਚ 9 ਕੈਦੀ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਨੇ। ਇਸ ਦੌਰਾਨ BC ਸਿਵਲ ਲਿਬਰਟੀਜ਼ ਐਸੋਸੀਏਸ਼ਨ ਤੇ ਯੂਨੀਅਨ ਆਫ BC ਇੰਡੀਅਨ ਚੀਫਸ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿੰਨਾ ਜ਼ਿਆਦਾ ਹੋ ਸਕਦਾ ਹੈ ਕੈਦੀਆਂ ਨੂੰ ਬਚਾਉਣ ਵਾਸਤੇ ਕਦਮ ਚੁੱਕੇ ਜਾਣ, ਕਿਉਂਕਿ ਕੈਦੀ ਦੀ ਮੌਤ ਹੋਣ ਦੇ ਬਾਰੇ ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਚਿੰਤਾ ਕਾਫੀ ਜ਼ਿਆਦਾ ਵੱਧ ਗਈ ਹੈ। ਕੋਵਿਡ-19 ਦੇ ਕਾਰਨ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਸੈਲਾਨੀਆਂ ਵਾਸਤੇ ਜੋ ਖਿੱਚ ਦਾ ਕੇਂਦਰ ਥਾਵਾਂ ਸਨ ਉਹ ਪ੍ਰਭਾਵਿਤ ਹੋਈਆਂ ਨੇ ਤੇ ਅਜਿਹੀਆਂ ਥਾਵਾਂ ਦੇ ਵਾਸਤੇ ਜੋ ਹੁਣ ਐਲਾਨ ਵੀ ਕੀਤੇ ਜਾ ਰਹੇ ਨੇ। ਤੇ ਇਸੇ ਦਰਮਿਆਨ ਪਹਿਲਾਂ ਵੈਨਕੂਵਰ ਜੋ ਐਕੁਏਰੀਅਮ ਹੈ ਉਸ ਦੇ ਵੱਲੋਂ ਕਿਹਾ ਗਿਆ ਸੀ ਤੇ ਹੁਣ ਸਾਇੰਸ ਵਰਲਡ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤੇ ਫੰਡਿੰਗ ਉਹਨਾਂ ਨੂੰ ਨਾ ਮਿਲੀ ਤਾਂ ਉਹਨਾਂ ਨੂੰ ਪਰਮਾਨੈਂਟਲੀ ਯਾਨੀ ਕਿ ਪੱਕੇ ਤੌਰ ਦੇ ਉੱਤੇ ਬੰਦ ਕਰਨਾ ਪੈ ਸਕਦਾ ਸਾਇੰਸ ਵਰਲਡ। ਜਿਸ ਤਰ੍ਹਾਂ ਸਟੈਨਲੇ ਪਾਰਕ ਵਿੱਚ ਵੈਨਕੂਵਰ ਐਕੁਏਰੀਅਮ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਤਾਂ ਕੁਝ ਉਸੇ ਤਰ੍ਹਾਂ ਹੁਣ ਵੈਨਕੂਵਰ ਦੇ ਵਿੱਚੋਂ ਸਾਇੰਸ ਵਰਲਡ ਦੇ ਬਾਰੇ ਇਹੋ ਖਬਰ ਸਾਹਮਣੇ ਆਈ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਬਾਅਦ ਹੋ ਰਹੇ ਨੁਕਸਾਨ ਤੋਂ ਬਾਅਦ ਸਾਇੰਸ ਵਰਲਡ ਨੂੰ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ, ਜਿਸ ਨੂੰ ਐਕਸਪੋ 86 ਵਰਲਡ ਫੇਅਰ ਦੇ ਹਿੱਸੇ ਵਜੋਂ ਬਣਾਇਆ ਗਿਆ ਸੀ ਤੇ ਆਮ ਲੋਕਾਂ ਦੇ ਲਈ ਇਸ ਦੇ ਦਰਵਾਜ਼ੇ 1986 ਦੇ ਵਿੱਚ ਖੋਲ੍ਹ ਦਿੱਤੇ ਗਏ ਸਨ, ਜਿਸ ਤੋਂ ਬਾਅਦ 22 ਮਿਲੀਅਨ ਸੈਲਾਨੀਆਂ ਦੇ ਲਈ ਖਿੱਚ ਦਾ ਕੇਂਦਰ ਬਣਨ ਵਾਲੇ ਵੈਨਕੂਵਰ ਦੇ ਇਸ ਸਾਇੰਸ ਵਰਲਡ ਨੂੰ ਦੁਨੀਆ ਪੱਧਰ ਤੇ ਪਛਾਣ ਮਿਲੀ ਤੇ ਉਦੋਂ ਤੋਂ ਹੀ ਲਗਾਤਾਰ ਸੈਲਾਨੀ ਇਸ ਸਾਇੰਸ ਵਰਲਡ ਦੇ ਵਿੱਚ ਆਉਂਦੇ ਨੇ ਤੇ ਸੈਲਾਨੀ ਹੀ ਇੱਕ ਵੱਡਾ ਜ਼ਰੀਆ ਨੇ ਕਿ ਸਾਇੰਸ ਵਰਲਡ ਦਾ ਜਿੰਨਾ ਵੀ ਖਰਚਾ ਚੱਲਦਾ ਹੈ ਉਹਨਾਂ ਤੋਂ ਪੂਰਾ ਹੁੰਦਾ ਹੈ। ਪਰ ਮਾਰਚ 13 ਤੋਂ ਕੋਵਿਡ-19 ਕਰਕੇ ਸਾਇੰਸ ਵਰਲਡ ਬੰਦ ਪਿਆ, ਜਿਸ ਤੋਂ ਬਾਅਦ 85% ਤੱਕ ਸਾਇੰਸ ਵਰਲਡ ਦੀ ਕਮਾਈ ਇੱਕਦਮ ਖਤਮ ਹੋ ਗਈ ਤੇ ਇਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਸਾਇੰਸ ਵਰਲਡ ਨੂੰ ਅੱਗੇ ਜਿਉਂਦਾ ਤਿਉਂ ਰੱਖਣ ਵਾਸਤੇ ਇੱਕ ਵੱਡੀ ਚੁਣੌਤੀ ਬਣ ਗਈ ਹੈ, ਜੋ ਕਿ ਸੈਲਾਨੀਆਂ ਦੇ ਸਿਰ ਦੇ ਉੱਤੇ ਹੀ ਜ਼ਿਆਦਾ ਚਲਾਇਆ ਜਾ ਰਿਹਾ ਸੀ। ਹੁਣ ਇਸੇ ਦੇ ਉੱਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਸਾਇੰਸ ਵਰਲਡ ਨੂੰ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਹੀ ਖਬਰ ਸਾਹਮਣੇ ਆਈ ਸੀ ਕਿ ਵੈਨਕੂਵਰ ਐਕੁਏਰੀਅਮ ਨੂੰ ਵੀ ਹਮੇਸ਼ਾ ਲਈ ਬੰਦ ਕੀਤਾ ਜਾ ਸਕਦਾ ਹੈ, ਕਿਉਂਕਿ ਸੈਲਾਨੀਆਂ ਦੇ ਨਾ ਆਉਣ ਕਾਰਨ ਮਾਰਚ 17 ਤੋਂ ਐਕੁਏਰੀਅਮ ਨੂੰ ਬੰਦ ਕੀਤਾ ਹੋਇਆ ਹੈ ਕੋਵਿਡ-19 ਕਰਕੇ ਤੇ ਸੈਲਾਨੀਆਂ ਦੇ ਨਾ ਆਉਣ ਕਰਕੇ ਕਮਾਈ ਘਟ ਗਈ ਹੈ, ਜਿਸ ਦੇ ਨਾਲ ਵੈਨਕੂਵਰ ਐਕੁਏਰੀਅਮ ਨੂੰ ਚਲਾਉਣਾ ਹੁਣ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਗਰੋਸਰੀ ਸਟੋਰਸ ਦੇ ਕਾਮਿਆਂ ਵੱਲੋਂ ਲਗਾਤਾਰ ਸ਼ਿਕਾਇਤਾਂ ਵੀ ਕਾਫੀ ਕੀਤੀਆਂ ਗਈਆਂ ਨੇ ਕਿ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਡਰ ਵੀ ਕਾਫੀ ਲੱਗਦਾ ਹੈ ਕਰੋਨਾ ਵਾਇਰਸ ਦੇ ਕਰਕੇ, ਕਿਉਂਕਿ ਹੁਣ ਜਦੋਂ ਕੱਲ੍ਹ ਹੀ ਖਬਰ ਸਾਹਮਣੇ ਆਈ ਸੀ ਵੈਨਕੂਵਰ ਦੇ ਰੀਅਲ ਕੈਨੇਡੀਅਨ ਸੁਪਰ ਸਟੋਰ ਤੋਂ ਇੱਕ ਕਾਮਾ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਤੇ ਵੱਖੋ ਵੱਖਰੇ ਜੋ ਗਰੋਸਰੀ ਸਟੋਰਸ ਨੇ ਉਹਨਾਂ ਤੋਂ ਵੀ ਕਾਮਿਆਂ ਦੇ ਵੱਲੋਂ ਡਰ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਜੋ ਕਈ ਲੋਕ ਉੱਥੇ ਗਰੋਸਰੀ ਸਟੋਰਸ ਦੇ ਵਿੱਚ ਆਉਂਦੇ ਨੇ, ਕਈ ਚੀਜ਼ਾਂ ਨੂੰ ਹੱਥ ਲਾਉਂਦੇ ਨੇ ਤਾਂ ਜਿਹੜਾ ਖਤਰਾ ਬਣਿਆ ਰਹਿੰਦਾ ਕਾਮਿਆਂ ਵਾਸਤੇ ਵੀ, ਤੇ ਜਿੰਨੀ ਜ਼ਿਆਦਾ ਘੱਟ ਗਿਣਤੀ ਹੋਵੇਗੀ ਗਰੋਸਰੀ ਸਟੋਰ ਵਿੱਚ ਵਿਅਕਤੀਆਂ ਦੇ ਆਉਣ ਦੀ ਉਨਾ ਜ਼ਿਆਦਾ ਕਾਮਿਆਂ ਦੀ ਸੁਰੱਖਿਆ ਵੀ ਬਣੀ ਰਹੇਗੀ। ਕੈਨੇਡਾ ਭਰ ਦੇ ਅੰਦਰ ਗਰੋਸਰੀ ਸਟੋਰਸ ਦੇ ਵਿੱਚ ਜ਼ਿਆਦਾ ਗਿਣਤੀ 'ਚ ਜਦੋਂ ਲੋਕ ਪਹੁੰਚਦੇ ਨੇ ਤਾਂ ਉਸ ਗਿਣਤੀ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ, ਕਿਉਂਕਿ ਕੈਨੇਡਾ ਸਰਕਾਰ ਵੱਲੋਂ ਬਾਰ-ਬਾਰ ਇਹ ਤਾਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਗਰੋਸਰੀ ਸਟੋਰ ਦੇ ਵਿੱਚ ਜਾਂਦੇ ਨੇ ਲੋਕ ਤੇ ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਵਾਰ ਹੀ ਹਫ਼ਤੇ 'ਚ ਗਰੋਸਰੀ ਕੀਤੀ ਜਾਵੇ, ਪਰ ਇਸ ਦੌਰਾਨ ਇਸ ਦੇ ਉੱਤੇ ਪਾਬੰਦੀ ਨਹੀਂ ਲਾਈ ਗਈ ਕਿ ਇੱਕ ਪਰਿਵਾਰ ਤੋਂ ਇੱਕ ਮੈਂਬਰ ਹੀ ਗਰੋਸਰੀ ਕਰਨ ਦੇ ਵਾਸਤੇ ਜਾ ਸਕਦਾ ਹੈ। ਇਸ ਦੇ ਵਾਸਤੇ ਮੰਗ ਕੀਤੀ ਜਾ ਰਹੀ ਹੈ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ 401 ਯੂਨੀਅਨ ਦੇ ਵੱਲੋਂ, ਜਿਨ੍ਹਾਂ ਦੇ ਅਧੀਨ 32,000 ਦੇ ਕਰੀਬ ਕਾਮੇ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਕਾਮਿਆਂ ਦੀ ਸੁਰੱਖਿਆ ਵਾਸਤੇ ਇਹ ਬੇਹੱਦ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਘੱਟ ਲੋਕ ਗਰੋਸਰੀ ਸਟੋਰਸ ਦੇ ਵਿੱਚ ਆਉਣ ਤਾਂ ਕਿ ਕਾਮੇ ਵੀ ਸੁਰੱਖਿਅਤ ਰਹਿਣ ਤੇ ਉਹ ਲੋਕ ਖੁਦ ਵੀ ਸੁਰੱਖਿਅਤ ਰਹਿਣ, ਕਿਉਂਕਿ ਉਹ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਗਰੋਸਰੀ ਸਟੋਰ ਦੇ ਅੰਦਰ ਹੁੰਦੇ ਨੇ ਤੇ ਇਸ ਦੌਰਾਨ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਹੱਥ ਵੀ ਲੱਗਦੇ ਨੇ ਤੇ ਇੱਕ ਦੂਜੇ ਦੇ ਨੇੜੇ ਵੀ ਆ ਜਾਂਦੇ ਨੇ ਤੇ ਇਸ ਦੌਰਾਨ ਸਫਾਈ ਕਰਨ ਦੇ ਵਿੱਚ ਵੀ ਬਾਰ-ਬਾਰ ਦਿੱਕਤ ਆਉਂਦੀ ਹੈ ਕਿ ਸੈਨੀਟਾਈਜ਼ ਕੀਤਾ ਜਾਵੇ ਹਰੇਕ ਥਾਂ ਨੂੰ। ਤਾਂ ਇਸ ਕਰਕੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਸਭ ਨੂੰ ਕਿਹਾ ਜਾਵੇ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹੀ ਗਰੋਸਰੀ ਕਰਨ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਨੇ। ਸਕੁਐਮਿਸ਼ ਵੈਲੀ ਵਿੱਚ ਅੱਗ ਲੱਗਣ ਕਰਕੇ ਕਾਫੀ ਨੁਕਸਾਨ ਹੋਇਆ, ਜਿੱਥੇ ਘਰ ਵੀ ਸੜ ਗਏ ਨੇ ਤੇ ਕਈ ਲੋਕਾਂ ਨੂੰ ਆਪਣੇ ਘਰ ਛੱਡਣੇ ਵੀ ਪੈ ਗਏ ਨੇ।
ਮੌਸਮ ਬਦਲਣ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਕੁਝ ਖੇਤਰਾਂ ਤੋਂ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਸਕੁਐਮਿਸ਼ ਵੈਲੀ ਫਾਇਰ ਦੇ ਕਰਕੇ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ 3 ਘਰ ਪੂਰੀ ਤਰ੍ਹਾਂ ਅੱਗ ਦੇ ਵਿੱਚ ਸੜ ਗਏ ਨੇ ਤੇ 60 ਤੋਂ 100 ਵਿਅਕਤੀਆਂ ਨੂੰ ਅੱਗ ਕਰਕੇ ਆਪੋ ਆਪਣੇ ਘਰ ਛੱਡ ਕੇ ਦੂਰ ਜਾਣਾ ਪੈ ਰਿਹਾ ਹੈ। ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਹੈ ਕਿ 1-2 ਦਿਨ ਤੋਂ ਮੌਸਮ ਥੋੜਾ ਠੰਡਾ ਹੋ ਰਿਹਾ ਹੈ ਤੇ ਹਵਾ ਵੀ ਘਟ ਰਹੀ ਹੈ, ਜਿਸ ਕਰਕੇ ਅੱਗ ਤੇ ਕਾਬੂ ਪਾਉਣਾ ਸੁਖਾਲਾ ਹੋ ਰਿਹਾ ਹੈ। ਪਰ ਇਸ ਦੌਰਾਨ ਬਾਰ-ਬਾਰ ਇਹ ਵੀ ਜਦੋਂ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਤੇ ਚੌਕਸੀ ਵਰਤਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਕਿ ਕੋਵਿਡ-19 ਕਰਕੇ ਬੇਸ਼ੱਕ ਇਸ ਸਮੇਂ ਬਾਹਰ ਲੋਕਾਂ ਨੂੰ ਜਾਣ ਤੋਂ ਇਨਕਾਰ ਕੀਤਾ ਗਿਆ, ਪਰ ਕੁਝ ਲੋਕ ਹਜੇ ਵੀ ਕੈਂਪਿੰਗ ਕਰਨ ਤੋਂ ਕਈ ਥਾਵਾਂ ਦੇ ਉੱਤੇ ਨਹੀਂ ਹਟ ਰਹੇ, ਜਿੱਥੇ ਖਾਸ ਤੌਰ ਦੇ ਉੱਤੇ ਲੱਕੜਾਂ ਵਾਲਾ ਖੇਤਰ ਹੋਵੇ, ਜਿੱਥੇ ਜੰਗਲ ਹੈ, ਤਾਂ ਅਜਿਹੀ ਥਾਂ ਦੇ ਉੱਤੇ ਅੱਗ ਬਿਲਕੁਲ ਨਾ ਲਗਾਈ ਜਾਵੇ, ਕਿਉਂਕਿ ਇਸ ਸਮੇਂ ਮੌਸਮ ਬਦਲਣ ਦੇ ਨਾਲ ਹੀ ਅੱਗਾਂ ਲੱਗਣ ਦਾ ਮੌਸਮ ਵੀ ਸ਼ੁਰੂ ਹੋਣ ਵਾਲਾ ਹੈ ਤੇ ਇਸ ਦੌਰਾਨ ਅੱਗਾਂ ਲੱਗਣ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ, ਜਿਸ ਕਰਕੇ ਅਧਿਕਾਰੀਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜੇਕਰ ਅਜਿਹੀ ਲਾਪਰਵਾਹੀ ਦੇ ਕਰਕੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਅਜਿਹੀਆਂ ਅੱਗਾਂ ਤੇ ਕਾਬੂ ਪਾਉਣਾ ਕਾਫੀ ਮੁਸ਼ਕਲ ਹੋ ਜਾਵੇਗਾ। ਇੱਥੇ ਤੁਹਾਨੂੰ ਵੱਡੀ ਖਬਰ ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਕੈਨੇਡਾ ਸਰਕਾਰ ਨੇ ਨਵੀਆਂ ਹਦਾਇਤਾਂ ਲਾਗੂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਹੈ ਕਿ ਜਿੰਨੇ ਵੀ ਲੋਕਾਂ ਦੇ ਵੱਲੋਂ ਟਰੈਵਲ ਕੀਤਾ ਜਾਣਾ ਹੈ, ਉਹ ਹਵਾਈ ਸਫ਼ਰ ਕੀਤਾ ਜਾਣਾ ਹੈ ਤੇ ਉਹਨਾਂ ਦੇ ਵਾਸਤੇ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ ਗਏ ਨੇ। ਨਾਨ ਮੈਡੀਕਲ ਮਾਸਕ ਵੀ ਉਹਨਾਂ ਵੱਲੋਂ ਪਾਏ ਜਾ ਸਕਦੇ ਨੇ, ਜਿਸ ਦੇ ਲਈ 20 ਅਪ੍ਰੈਲ ਤੋਂ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ ਕਿ ਹਰ ਕੋਈ ਉੱਥੇ ਮਾਸਕ ਪਾ ਕੇ ਹੀ ਰੱਖੇਗਾ, ਮਾਸਕ ਪਾ ਕੇ ਹੀ ਆਵੇਗਾ ਏਅਰਪੋਰਟਸ ਦੇ ਉੱਤੇ। ਤੇ ਇਸ ਦੇ ਨਾਲ ਦੱਸਿਆ ਗਿਆ ਹੈ ਕਿ ਨਾਲ ਹੀ ਯਾਤਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਸਭ ਤੋਂ ਜ਼ਿਆਦਾ ਸੁਰੱਖਿਆ ਵਿੱਚ ਵਾਧਾ ਹੋਵੇਗਾ ਉਹਨਾਂ ਦੇ ਜੋ ਸਕਰੀਨਿੰਗ ਕਰਦੇ ਨੇ, ਕਿਉਂਕਿ ਜਿਵੇਂ ਕਿ ਕਿਹਾ ਜਾਂਦਾ ਹੈ ਕਿ 2 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ, ਪਰ ਇਸ ਦੌਰਾਨ ਜੋ ਅਧਿਕਾਰੀ ਸਕਰੀਨਿੰਗ ਕਰਦੇ ਨੇ ਲੋਕਾਂ ਦੀ, ਤਾਂ ਉਹਨਾਂ ਦੇ ਦਰਮਿਆਨ ਜੋ ਦੂਰੀ ਉਹ ਜ਼ਿਆਦਾ ਨਹੀਂ ਰਹਿੰਦੀ, ਤਾਂ ਫਿਰ ਜੇ ਕੋਈ ਸਾਹਮਣੇ ਵਾਲਾ ਵਿਅਕਤੀ ਬਿਮਾਰ ਹੈ, ਉਹ ਸਾਹ ਲੈਂਦਾ ਜਾਂ ਖੰਘਦਾ ਹੈ, ਉਸਦੇ ਕੀਟਾਣੂ ਤਾਂ ਉਹਨਾਂ ਦੇ ਉੱਤੇ ਆ ਸਕਦੇ ਨੇ। ਤੇ ਬੇਸ਼ੱਕ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਜਿਹੜੇ ਚੈਕਿੰਗ ਕਰਦੇ ਨੇ, ਸਕਰੀਨਿੰਗ ਕਰਦੇ ਨੇ ਅਧਿਕਾਰੀ, ਉਹਨਾਂ ਨੇ ਪੂਰੀ ਕਿੱਟ ਪਾਈ ਹੁੰਦੀ ਹੈ ਕਿ ਕੱਪੜੇ ਵੀ ਉਹ ਵਾਲੇ ਪਾਏ ਹੁੰਦੇ ਨੇ ਤੇ ਮਾਸਕ ਵੀ ਪੂਰਾ ਲਾਇਆ ਹੁੰਦਾ ਹੈ, ਪਰ ਫਿਰ ਵੀ ਖਤਰਾ ਜ਼ਰੂਰ ਬਣਿਆ ਰਹਿੰਦਾ ਹੈ। ਤੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਯਾਤਰੀ ਸਫ਼ਰ ਕਰਨਗੇ ਉਹ ਮਾਸਕ ਤੋਂ ਬਿਨਾਂ ਨਹੀਂ ਸਫ਼ਰ ਕਰਨਗੇ ਤੇ ਇਸ ਦੇ ਵਾਸਤੇ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ, ਇਸ ਨੂੰ ਕਾਨੂੰਨ ਬਣਾ ਦਿੱਤਾ ਗਿਆ ਤੇ 20 ਅਪ੍ਰੈਲ ਤੋਂ ਇਹ ਲਾਗੂ ਕਰ ਦਿੱਤਾ ਗਿਆ। ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਕਿੱਥੇ ਪਹੁੰਚ ਚੁੱਕੇ ਨੇ। ਹਰ ਸੂਬੇ ਵਿੱਚ ਹੁਣ ਤੱਕ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਹੁਣ ਤੱਕ 31,926 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਐਲਬਰਟਾ ਤੋਂ 2,397 ਮਾਮਲੇ ਸਾਹਮਣੇ ਆਏ ਨੇ ਤੇ 50 ਮੌਤਾਂ ਹੋਈਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 1,618 ਮਾਮਲੇ ਸਾਹਮਣੇ ਆਏ ਨੇ, 78 ਮੌਤਾਂ ਹੋਈਆਂ ਨੇ। ਮੈਨੀਟੋਬਾ ਤੋਂ 250 ਮਾਮਲੇ ਸਾਹਮਣੇ ਆਏ ਨੇ, 5 ਮੌਤਾਂ ਹੋਈਆਂ ਨੇ। ਨਿਊ ਬ੍ਰੰਸਵਿਕ ਤੋਂ 117 ਮਾਮਲੇ ਸਾਹਮਣੇ ਆਏ ਨੇ। ਨਿਊਫਾਊਂਡਲੈਂਡ ਤੋਂ 256 ਮਾਮਲੇ ਸਾਹਮਣੇ ਆਏ ਨੇ, 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਤੋਂ 606 ਮਾਮਲੇ ਸਾਹਮਣੇ ਆਏ ਨੇ, 4 ਮੌਤਾਂ ਹੋਈਆਂ ਨੇ। ਓਨਟਾਰੀਓ ਤੋਂ 9,525 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 534 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 26 ਮਾਮਲੇ ਸਾਹਮਣੇ ਆਏ ਨੇ। ਕਿਊਬੈਕ ਤੋਂ 16,798 ਮਾਮਲੇ ਸਾਹਮਣੇ ਆਏ ਨੇ ਤੇ 688 ਮੌਤਾਂ ਹੋ ਚੁੱਕੀਆਂ ਨੇ। ਸਸਕੈਚਵਨ ਤੋਂ 307 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ 4 ਮੌਤਾਂ ਹੋਈਆਂ ਨੇ। ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 5 ਹੀ ਮਾਮਲੇ ਨੇ। ਨੂਨਾਵਤ ਵਿੱਚ ਕੋਈ ਮਾਮਲਾ ਨਹੀਂ ਹੈ ਤੇ ਯੂਕੋਨ ਤੋਂ 8 ਹੀ ਮਾਮਲੇ ਹੁਣ ਤੱਕ ਸਾਹਮਣੇ ਆਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਜੋ ਐਲਾਨ ਕੀਤਾ ਗਿਆ ਉਸ ਦਾ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਐਲਾਨ ਕੀ ਹੈ। ਫੰਡ ਦੇਣ ਦਾ ਐਲਾਨ ਕੀਤਾ ਗਿਆ 1.7 ਬਿਲੀਅਨ ਡਾਲਰ ਤੱਕ ਦਾ, ਜਿਸ ਦੇ ਵਿੱਚ ਔਰਫਨ ਵੈਲਸ ਨੂੰ ਸਾਫ਼ ਕਰਨ ਵਾਸਤੇ ਇਹ ਫੰਡ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਹੀ ਜੋ ਐਲਾਨ ਕੀਤੇ ਗਏ ਨੇ ਉਹਨਾਂ ਵਿੱਚ ਜੋ ਪੇਂਡੂ ਖੇਤਰਾਂ 'ਚ ਵਪਾਰੀ ਨੇ, ਜੋ ਛੋਟੇ ਵਪਾਰ ਨੇ, ਉਹਨਾਂ ਦੀ ਮਦਦ ਵਾਸਤੇ ਤੇ ਨਾਲ ਹੀ ਕਲਾ ਤੇ ਸੱਭਿਆਚਾਰ ਨਾਲ ਜੁੜੇ ਹੋਏ ਵਿਅਕਤੀਆਂ ਦੀ ਮਦਦ ਵਾਸਤੇ ਵੀ ਫੰਡ ਦਾ ਐਲਾਨ ਕੀਤਾ ਗਿਆ। ਤੇ ਮੈਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਔਰਫਨ ਵੈਲਸ ਨੂੰ ਸਾਫ਼ ਕਰਨ ਵਾਸਤੇ ਐਲਾਨ ਕੀਤਾ ਗਿਆ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਔਰਫਨ ਵੈਲ ਹੁੰਦੇ ਕੀ ਨੇ। ਇਹ ਉਹ ਤੇਲ ਦੇ ਕੱਚੇ ਤੇਲ ਦੇ ਖੂਹ ਨੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਕੱਚਾ ਤੇਲ ਕੱਢਿਆ ਜਾ ਚੁੱਕਿਆ ਤੇ ਹੁਣ ਉਹ ਬੰਦ ਪਏ ਨੇ ਤੇ ਉਹ ਕਿਸੇ ਕੰਮ ਨਹੀਂ ਆ ਰਹੇ ਇਸ ਵਕਤ, ਤੇ ਉਹਨਾਂ ਦੀ ਸਫਾਈ ਵਾਸਤੇ ਇਹ ਐਲਾਨ ਕੀਤਾ ਗਿਆ, ਜਿਸ ਦੇ ਲਈ ਐਲਬਰਟਾ, ਬ੍ਰਿਟਿਸ਼ ਕੋਲੰਬੀਆ ਤੇ ਸਸਕੈਚਵਨ ਦੇ ਵਿੱਚ ਅਜਿਹੇ ਜਿਹੜੇ ਖੂਹ ਪਏ ਨੇ ਉਹਨਾਂ ਨੂੰ ਸਾਫ਼ ਕਰਨ ਲਈ ਫੰਡ ਦਿੱਤਾ ਜਾਵੇਗਾ। ਤੇ ਹੁਣ ਇਸ ਦੇ ਨਾਲ ਆਮ ਲੋਕਾਂ ਨੂੰ ਕੀ ਫਾਇਦਾ ਹੋਣਾ ਹੈ? ਇਸ ਦੇ ਨਾਲ ਨੌਕਰੀਆਂ ਦੇ ਮੌਕੇ ਵਧਣਗੇ। ਸਿਰਫ ਐਲਬਰਟਾ ਦੀ ਜੇ ਗੱਲ ਕਰੀਏ ਤਾਂ ਐਲਬਰਟਾ ਦੇ ਵਿੱਚ ਹੀ 5200 ਤੱਕ ਜਿਹੜੇ ਨਵੀਆਂ ਨੌਕਰੀਆਂ ਨੇ ਉਹ ਪੈਦਾ ਹੋਣਗੀਆਂ। ਇਹੋ ਵੱਡਾ ਕਾਰਨ ਹੈ ਕਿ
ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਵੀ ਕੀਤਾ ਗਿਆ ਹੈ ਕਿਉਂਕਿ ਅਜਿਹੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਜੋ ਅੱਗੇ ਤੋਂ ਅੱਗੇ ਆਰਥਿਕਤਾ ਨੂੰ ਲੈ ਕੇ ਵੱਡੀਆਂ ਚੁਣੌਤੀਆਂ ਆ ਰਹੀਆਂ ਨੇ, ਨੌਕਰੀਆਂ ਦੇ ਇਸ ਵਕਤ ਲੋੜ ਵੀ ਬਹੁਤ ਜ਼ਿਆਦਾ ਹੈ ਤੇ ਅੱਗੇ ਜੋ ਕੰਮ ਹੋਣੇ ਨੇ ਉਹਨਾਂ ਨੂੰ ਲੈ ਕੇ ਜੋ ਇਸ ਸਮੇਂ ਫੈਸਲੇ ਲਏ ਜਾ ਰਹੇ ਨੇ ਉਹ ਇਸੇ ਦੇ ਆਧਾਰ ਤੇ ਨੇ ਕਿ ਜਦੋਂ ਦੇਸ਼ ਦੇ ਵਿੱਚ ਨੌਕਰੀਆਂ ਦੀ ਕਮੀ ਵੱਡੀ ਗਿਣਤੀ 'ਚ ਆ ਰਹੀ ਹੈ ਤੇ ਭਵਿੱਖ ਦੇ ਵਿੱਚ ਇਸ ਦਾ ਹੋਰ ਜ਼ਿਆਦਾ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ, ਤਾਂ ਇਸ ਦੇ ਨਾਲ ਹੀ ਹੋਰ ਮੌਕੇ ਵੀ ਨਾਲ ਦੀ ਨਾਲ ਜ਼ਰੂਰ ਨੌਕਰੀਆਂ ਦੇ ਵਧਣ ਤੇ ਇਸ ਦੇ ਉੱਤੇ ਹੁਣੇ ਕੰਮ ਕੀਤਾ ਜਾਵੇਗਾ ਤਾਂ ਆਉਣ ਦੇ ਕੁਝ ਸਮੇਂ ਤੱਕ ਇਸ ਦਾ ਜੋ ਫਾਇਦਾ ਹੈ ਉਹ ਦੇਖਣ ਨੂੰ ਮਿਲੇਗਾ। ਤੇ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਜੋ ਹੋਰ ਮਦਦ ਦੇ ਵਾਸਤੇ ਵੀ ਐਲਾਨ ਕੀਤੇ ਨੇ ਤੇ ਖਾਸ ਤੌਰ ਤੇ ਪੇਂਡੂ ਖੇਤਰਾਂ ਵਿੱਚ ਵਪਾਰੀਆਂ ਦੀ ਮਦਦ ਵਾਸਤੇ ਵੀ ਤੇ ਨਾਲ ਹੀ ਸੱਭਿਆਚਾਰ ਤੇ ਕਲਾ ਨਾਲ ਜੁੜੇ ਹੋਏ ਵਿਅਕਤੀਆਂ ਦੇ ਲਈ ਵੀ। ਕਲਾ ਤੇ ਸੱਭਿਆਚਾਰ ਇਕੱਲੇ ਹੀ ਨਹੀਂ ਸਗੋਂ ਖੇਡਾਂ ਦੇ ਨਾਲ ਜੁੜੇ ਹੋਏ ਵਿਅਕਤੀਆਂ ਵਾਸਤੇ ਵੀ ਇਹ ਜੋ ਐਲਾਨ ਕੀਤਾ ਗਿਆ ਇਸ ਵਾਸਤੇ $500 ਮਿਲੀਅਨ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ। ਤੇ ਜੇਕਰ ਉਧਰ ਪੇਂਡੂ ਖੇਤਰਾਂ ਵਿੱਚ ਵਪਾਰੀਆਂ ਦੀ ਮਦਦ ਦੇ ਵਾਸਤੇ ਕਹੀਏ ਤਾਂ ਉਹਨਾਂ ਵਾਸਤੇ ਜੋ ਐਲਾਨ ਹੈ ਉਹ $962 ਮਿਲੀਅਨ ਦਾ ਐਲਾਨ ਪ੍ਰਧਾਨ ਮੰਤਰੀ ਨੇ ਕੀਤਾ ਹੈ। ਤੇ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਔਰਫਨ ਵੈਲਸ ਨੇ, ਅਜਿਹੇ ਖੂਹ ਨੇ ਕੱਚੇ ਤੇਲ ਦੇ ਜੋ ਇਸ ਸਮੇਂ ਵਰਤੋਂ ਦੇ ਵਿੱਚ ਨਹੀਂ ਨੇ, ਐਲਬਰਟਾ ਦੇ ਵਿੱਚ ਜੇ ਗੱਲ ਕਰੀਏ ਤਾਂ 3400 ਤੋਂ ਜ਼ਿਆਦਾ ਇਹ ਖੂਹ ਹੈਗੇ ਨੇ ਉੱਥੇ ਤੇ ਜਿਨ੍ਹਾਂ ਦੀ ਸਫਾਈ ਦਾ ਕੰਮ ਇਸ ਤਹਿਤ ਕੀਤਾ ਜਾਵੇਗਾ ਜੋ ਇਹ ਫੰਡ ਜਾਰੀ ਕੀਤਾ ਗਿਆ। Over the past few weeks, the pandemic has created anxiety and uncertainty for all Canadians, but some are going through an especially tough time. COVID-19 has brought many industries to a halt, and workers across the country are struggling as a result. From the start, our goal as a government has been clear: to help all Canadians get through these challenging times. As I've said many times before, we're here to support you, to lend you a helping hand when you need it most. Across the country, Canadians are standing shoulder to shoulder, and we're all in this together. Today, our government is announcing more help for workers in Alberta, Saskatchewan, BC, and Newfoundland and Labrador. We're also announcing more help for small businesses and more help for those who work in the arts, culture, and sports sectors. I'll start with the energy sector. Right now, workers and families are struggling because of things beyond their control. Both the devastating effects of the pandemic and the price war driven by foreign interests are a challenge. As a result, companies have had to slow down or pause their operations, leaving too many people out of work. To help these workers, our government will invest $1.7 billion to clean up orphan and inactive wells in Alberta, Saskatchewan, and BC. These wells, which are no longer in use, can be detrimental not only to our environment, but to people's health. Think of the farmer who can't grow anything on his land because of an abandoned well a few steps away from his home. Think of the small town or Indigenous community struggling with this issue that has been festering for years or even decades. Cleaning them up will bring people back to work and help many landowners who've had these wells on their property for years but haven't been able to get them taken care of and the land restored. Our goal is to create immediate jobs in these provinces while helping companies avoid bankruptcy and supporting our environmental targets. In Alberta alone, these investments will maintain 5,200 jobs. We've listened to the concerns of landowners, municipalities, and Indigenous communities who want to make sure that the polluter pay principle is strengthened and that their voices are heard. I want to thank the Government of Alberta for working with us and listening to their concerns. Our government will also establish a $750 million emission reduction fund with a focus on methane to create and maintain jobs through pollution reduction efforts. This includes $75 million to help the offshore industry cut emissions in Newfoundland and Labrador. This fund will primarily provide repayable contributions to firms to make them more competitive, reduce waste and pollution, and most importantly, protect jobs. Right now, many energy firms are experiencing a cash crunch, so they don't have the funds to invest in technologies to reduce emissions or fix methane leaks. Today's announcement will allow for this kind of work to be done and create jobs people need during this difficult time.
Through the wells and methane initiatives, we estimate that we will maintain roughly 10,000 jobs across the country. Just because we're in a health crisis doesn't mean we can neglect the environmental crisis. We're also working with BDC and EDC to expand credit support for at-risk medium-sized energy companies so they can maintain operations and keep their employees. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੋਂ ਇੱਕ ਨਜ਼ਰ ਹੈਡਲਾਈਨਸ ਤੇ। ਵੈਨਕੂਵਰ ਵਿੱਚ ਹਸਪਤਾਲ ਨੂੰ ਸਮਾਨ ਸਪਲਾਈ ਕਰਨ ਵਾਲੀ ਵੈਨ ਹੋਈ ਚੋਰੀ। ਵੈਨਕੂਵਰ ਤੋਂ ਬਾਅਦ ਹੁਣ ਨਿਊ ਵੈਸਟਮਿੰਸਟਰ ਤੋਂ ਇੱਕ ਵੀਡੀਓ ਆਈ ਸਾਹਮਣੇ। ਪਬਲਿਕ ਥਾਂ ਦੇ ਉੱਤੇ ਥੁੱਕ ਰਿਹਾ ਸੀ ਵਿਅਕਤੀ। ਤਾਂ ਦਿਖਾਵਾਂਗੇ ਕਿ ਆਖਿਰ ਹੋਰ ਕੀ ਕਰ ਰਿਹਾ ਸੀ ਹਰਕਤਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਕੈਦੀ ਦੀ ਮੌਤ ਤੋਂ ਬਾਅਦ ਹੁਣ ਮਿਸ਼ਨ ਜੇਲ੍ਹ ਵਿੱਚੋਂ ਵੱਧ ਤੋਂ ਵੱਧ ਕੈਦੀਆਂ ਨੂੰ ਛੱਡ ਦੇਣ ਦੀ ਉੱਠ ਰਹੀ ਹੈ ਮੰਗ। ਗ੍ਰੋਸਰੀ ਸਟੋਰਸ ਦੇ ਵਿੱਚ ਕਾਮਿਆਂ ਦੀ ਸੁਰੱਖਿਆ ਵਾਸਤੇ ਕਈ ਯੂਨੀਅਨਸ ਆਈਆਂ ਸਾਹਮਣੇ। ਦੱਸਾਂਗੇ ਕੀ ਕਰ ਰਹੀਆਂ ਨੇ ਮੰਗਾਂ। ਵੈਨਕੂਵਰ ਤੋਂ ਸਾਇੰਸ ਵਰਲਡ ਦੇ ਵੱਲੋਂ ਵੀ ਦਿੱਤੀ ਗਈ ਚੇਤਾਵਨੀ, ਨਹੀਂ ਮਿਲਿਆ ਫੰਡ ਤਾਂ ਹਮੇਸ਼ਾ ਲਈ ਬੰਦ ਹੋ ਜਾਵੇਗਾ ਸਾਇੰਸ ਵਰਲਡ। ਕੈਨੇਡਾ ਸਰਕਾਰ ਦੇ ਵੱਲੋਂ ਕੀਤਾ ਗਿਆ ਐਲਾਨ, ਹਵਾਈ ਸਫ਼ਰ ਕਰਨ ਜਾ ਰਹੇ ਹੋ ਤਾਂ ਮੂੰਹ ਢੱਕਣਾ ਲਾਜ਼ਮੀ। ਤੁਹਾਨੂੰ ਦੱਸਾਂਗੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀ ਕੀਤਾ ਵੱਡਾ ਐਲਾਨ, ਨਾਲ ਹੀ ਉਸ ਐਲਾਨ ਦੇ ਨਾਲ ਹਜ਼ਾਰਾਂ ਨੌਕਰੀਆਂ ਕਿਵੇਂ ਹੋਣਗੀਆਂ ਪੈਦਾ। ਸਕੁਐਮਿਸ਼ ਵੈਲੀ ਫਾਇਰ ਵਿੱਚ ਕਾਫੀ ਨੁਕਸਾਨ, ਕਈ ਘਰ ਜਲੇ ਤੇ ਨਾਲ ਹੀ ਕਈਆਂ ਨੂੰ ਕਰਨੇ ਪਏ ਆਪਣੇ ਘਰ ਖਾਲੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗੈਸ ਦੇ ਰੇਟ ਹੇਠਾਂ ਆਉਣ ਦੇ ਟੁੱਟੇ ਰਿਕਾਰਡ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।